हाँ जी, स्वागत करते हैं जी ਤੁਹਾਡਾ ਫਿਰ ਤੋਂ ਇੱਕ ਵਾਰੀ ਤੁਹਾਡੇ ਆਪਣੇ YouTube ਚੈਨਲ ਜੌਬ ਸੀਕ ਇੰਡੀਆ ਤੇ। ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀਡੀਓ ਦੇ ਨੀਚੇ ਹੀ ਤੁਹਾਨੂੰ ਇੱਕ ਸਬਸਕ੍ਰਾਈਬ ਵਾਲਾ ਬਟਨ ਦਿਖ ਜਾਊਗਾ, ਉਸ ਨੂੰ ਦਬਾ ਦੇਣਾ ਤੇ ਨਾਲ ਹੀ ਉਸ ਦੇ ਘੰਟੀ ਵਾਲਾ ਬਟਨ ਵੀ ਆ ਜਾਵੇਗਾ ਤਾਂ ਕਿ ਇਨ ਫਿਊਚਰ ਜਦੋਂ ਵੀ ਮੈਂ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂ ਜੀ ਸਭ ਤੋਂ ਪਹਿਲਾਂ ਤੁਹਾਨੂੰ ਫ੍ਰੀ ਵਿੱਚ ਨੋਟੀਫਿਕੇਸ਼ਨ ਮਿਲਦਾ ਰਹੇ। इस चैनल के उपर तुहानूं गौरमेंट जॉब से रिलेटेड जी है जी फुल इनफॉर्मेशन है जी टाइम टू टाइम मिलती रही है। पंजाब पुलिस की भर्ती PS टैट सी टैट ਅਤੇ ਹੋਰ ਵੀ ਸੈਂਟਰ ਦੀਆਂ ਜਿੰਨੀਆਂ ਵੀ ਗੌਰਮੈਂਟ ਜੌਬਸ ਆਉਂਦੀਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਉੱਪਰ ਅਪਡੇਟ ਕੀਤਾ ਜਾਂਦਾ ਹੈ। ਤੇ ਸਮਾਜਿਕ ਸਿੱਖਿਆ ਦੀ ਅੱਜ ਆਪਾਂ ਦੂਸਰੀ ਜਮਾਤ ਲੈ ਕੇ ਆ ਗਏ ਹਾਂ ਜੀ ਪਾਰਟ 2 ਵੈਦਿਕ ਸਹਾਇਤਾ ਜੀ। ਇਸ ਵਿੱਚ ਆਪਾਂ ਬੁੱਧ ਧਰਮ ਅਤੇ ਜੈਨ ਧਰਮ ਦੇ ਬਾਰੇ ਗੱਲ ਕਰਾਂਗੇ। PS ਟੈਟ ਸੀ ਟੈਟ ਪੰਜਾਬ ਪੁਲਿਸ ਤੇ ਹੋਰ ਵੀ ਸਰਕਾਰੀ ਪੇਪਰਾਂ ਵਾਸਤੇ ਜਿਹੜੀ ਤਿਆਰੀ ਹੈ ਤੁਸੀਂ ਇੱਥੇ ਕਰ ਸਕਦੇ ਹੋ ਤੇ ਇਸ ਦੇ ਰਿਗਾਰਡਿੰਗ 750 MCQ ਜਿਹੜੇ ਨੇ ਆਪਾਂ ਇਸ ਦੇ ਵਿੱਚ ਕਰਾਂਗੇ ਜੀ। ਤੇ ਹੁਣ ਆਪਾਂ ਇਸ ਨੂੰ ਅੱਗੇ ਲੈ ਕੇ ਚੱਲਦੇ ਹਾਂ ਜੀ। ਉਸ ਤੋਂ ਪਹਿਲਾਂ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਜ਼ਰੂਰ ਕਰਨਾ ਜੀ। ਉਸ ਦਾ ਲਿੰਕ ਹੈ ਜਿਹੜਾ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕੀਤਾ ਹੋਇਆ ਹੈ। ਜੇਕਰ ਤੁਸੀਂ MCQ ਦੀਆਂ ਪੇਡ ਕਲਾਸਾਂ ਜੁਆਇਨ ਕਰਨਾ ਚਾਹੁੰਦੇ ਹੋ ਜੀ ਤਾਂ ਤੁਸੀਂ ਉਹਨਾਂ ਨੂੰ ਵੀ ਜੁਆਇਨ ਕਰ ਸਕਦੇ ਹੋ। ਉਸ ਦਾ ਟੀਚਮੈਂਟ ਐਪ ਦਾ ਲਿੰਕ ਹੈ ਜਿਹੜਾ ਉਹ ਵੀ ਨੀਚੇ ਪ੍ਰੋਵਾਈਡ ਕੀਤਾ ਹੋਇਆ ਹੈ। ਇਸ ਦੇ ਵਿੱਚ ਤੁਹਾਨੂੰ ਮੰਥਲੀ ਫੀਸ ਦੇਣੀ ਪਵੇਗੀ, ਤੁਸੀਂ ਉਸ ਕਲਾਸ ਨੂੰ ਵੀ ਜੁਆਇਨ ਕਰ ਸਕਦੇ ਹੋ। ਤੇ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਹੁਣ ਗੱਲ ਕਰਦੇ ਹਾਂ ਜੀ ਬੁੱਧ ਧਰਮ ਤੇ ਜੈਨ ਧਰਮ ਨੂੰ ਲੈ ਕੇ। ਹੁਣ ਆਪਾਂ ਆ ਗਏ ਹਾਂ ਜੀ ਬੁੱਧ ਧਰਮ ਤੇ ਜੈਨ ਧਰਮ ਨੂੰ ਲੈ ਕੇ। ਇਸ ਦੇ ਵਿੱਚ ਗੱਲ ਕਰਾਂਗੇ ਜੈਨਿਜ਼ਮ ਅਤੇ ਬੁੱਧਿਜ਼ਮ। ਸਭ ਤੋਂ ਪਹਿਲਾਂ ਆਪਾਂ ਇਸ ਦੇ ਵਿੱਚ ਵਾਸਤਵਿਕ ਮੋਢੀ ਜਾਣਾਂਗੇ ਜੀ। ਫਿਰ ਉਹਨਾਂ ਦੇ ਅਸਲੀ ਨਾਮ ਕੀ ਸੀ, ਪਿਤਾ ਦਾ ਨਾਮ, ਮਾਤਾ ਦਾ ਨਾਮ, ਪਤਨੀ ਦਾ ਨਾਮ, ਪੁੱਤਰ ਦਾ ਨਾਮ ਜਾਂ ਪੁੱਤਰੀ ਦਾ ਨਾਮ, ਜਨਮ ਸਥਾਨ, ਦੇਹਾਂਤ ਕਿੱਥੇ ਹੋਇਆ ਸੀ, ਪਹਿਲਾ ਉਪਦੇਸ਼ ਕਿੱਥੇ ਦਿੱਤਾ ਗਿਆ ਸੀ। ਦੋਨਾਂ ਨੂੰ ਆਪਾਂ ਜਿਹੜਾ ਹੈ ਜੀ ਕੋਰਿਲੇਟ ਕਰਕੇ ਹੀ ਇਸ ਦੇ ਵਿੱਚ ਜਿਹੜੀ ਹੈ ਇਨਫੋਰਮੇਸ਼ਨ ਤੁਹਾਨੂੰ ਦੇਵਾਂਗੇ ਜੀ। ਜੈਨ ਧਰਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਜੀ ਜੈਨ ਧਰਮ ਅਤੇ ਉਸ ਤੋਂ ਬਾਅਦ ਤੁਹਾਨੂੰ ਬੁੱਧ ਧਰਮ ਬਾਰੇ ਦੱਸਾਂਗੇ। ਵਾਸਤਵਿਕ ਮੋਢੀ ਜਿਹੜਾ ਜੈਨ ਧਰਮ ਦਾ ਸੀਗਾ ਜੀ ਵਰਧਮਾਨ ਮਹਾਵੀਰ ਸੀਗਾ ਜੀ ਤੇ ਮਹਾਤਮਾ ਬੁੱਧ ਹੈ ਜਿਹੜਾ ਬੁੱਧ ਧਰਮ ਦੇ ਵਿੱਚ ਸੀ। ਅਸਲੀ ਨਾਂ ਜਾਂ ਮੁੱਢਲਾ ਨਾਂ ਜਿਹੜਾ ਸੀਗਾ ਜੈਨ ਧਰਮ ਦੇ ਵਿੱਚ ਵਰਧਮਾਨ ਮਹਾਵੀਰ ਦਾ ਜਿਹੜਾ ਮੁੱਢਲਾ ਨਾਮ ਸੀਗਾ ਜੀ ਉਹ ਵਰਤਮਾਨ ਸੀਗਾ ਅਤੇ ਮਹਾਤਮਾ ਬੁੱਧ ਦਾ ਨਾਮ ਜਿਹੜਾ ਸੀਗਾ ਉਹ ਸਿਧਾਰਥ ਸੀਗਾ। ਮਹਾਵੀਰ ਦੇ ਜਿਹੜੇ ਪਿਤਾ ਜੀ ਸੀ ਉਹਨਾਂ ਦਾ ਨਾਮ ਸਿਧਾਰਥ ਸੀ ਤੇ ਬੁੱਧ ਧਰਮ ਦੇ ਵਿੱਚ ਜਿਹੜੇ ਮਹਾਤਮਾ ਬੁੱਧ ਨੇ ਉਹਨਾਂ ਦੇ ਪਿਤਾ ਜੀ ਦਾ ਨਾਮ ਸ਼ਿਸ਼ੋਧਨ ਸੀ। ਜੈਨ ਧਰਮ ਦੇ ਵਿੱਚ ਮਹਾਵੀਰ ਦੀ ਮਾਤਾ ਦਾ ਨਾਮ ਤ੍ਰਿਸ਼ਲਾ ਅਤੇ ਬੁੱਧ ਦੇ ਮਾਤਾ ਦਾ ਨਾਮ ਮਹਾਮਾਇਆ ਸੀ। ਪਤਨੀ ਦਾ ਨਾਮ ਮਹਾਵੀਰ ਦੀ ਤਾਂ ਯਸ਼ੋਦਾ ਅਤੇ ਬੁੱਧ ਧਰਮ ਦੇ ਵਿੱਚ ਯਸ਼ੋਧਰਾ ਸੀ। ਸੇਮ ਮਿਲਦੇ ਨਾਮ ਨੇ, ਤੁਸੀਂ ਇਸ ਚੀਜ਼ ਨੂੰ ਥੋੜ੍ਹਾ ਧਿਆਨ ਦੇ ਵਿੱਚ ਰੱਖਣਾ ਜੀ। ਜੈਨ ਧਰਮ ਦੇ ਜਿਹੜੇ ਮੋਢੀ ਵਰਧਮਾਨ ਮਹਾਵੀਰ ਸੀਗੇ ਉਹਨਾਂ ਦੀ ਪਤਨੀ ਦਾ ਨਾਮ ਯਸ਼ੋਦਾ ਅਤੇ ਬੁੱਧ ਧਰਮ ਦੇ ਮਹਾਤਮਾ ਬੁੱਧ ਦੀ ਜਿਹੜੀ ਵਾਈਫ ਸੀਗੀ ਉਹਨਾਂ ਦਾ ਨਾਮ ਯਸ਼ੋਧਰਾ ਸੀ। ਪੁੱਤਰੀ ਦਾ ਨਾਮ ਪ੍ਰਿਯਦਰਸ਼ਨਾ ਸੀ। ਮਹਾਵੀਰ ਦੀ ਪੁੱਤਰੀ ਦਾ ਨਾਮ ਪ੍ਰਿਯਦਰਸ਼ਨਾ ਸੀ। ਬੁੱਧ ਧਰਮ ਦੇ ਵਿੱਚ ਉਹਨਾਂ ਦੇ ਪੁੱਤਰ ਦਾ ਨਾਮ ਰਾਹੁਲ ਸੀ। ਸ਼ਬਦੀ ਅਰਥ ਜਿਹੜਾ ਰਾਹੁਲ ਦਾ ਹੁੰਦਾ ਜੀ, ਕਈ ਵਾਰੀ ਪੇਪਰਾਂ ਦੇ ਪੁੱਛਿਆ ਗਿਆ ਹੈ। ਰਾਹੁਲ ਦਾ ਸ਼ਬਦੀ ਅਰਥ ਜਿਹੜਾ ਬੰਧਨ ਹੁੰਦਾ ਹੈ ਜੀ। ਇਸ ਚੀਜ਼ ਨੂੰ ਤੁਸੀਂ ਯਾਦ ਰੱਖਣਾ ਹੈ। ਰਾਹੁਲ ਦਾ ਸ਼ਬਦੀ ਅਰਥ ਬੰਧਨ। ਜਨਮ ਸਥਾਨ ਹੈ ਜਿਹੜਾ ਜੀ ਜੈਨ ਧਰਮ ਦੇ ਵਿੱਚ ਵਰਧਮਾਨ ਮਹਾਵੀਰ ਜੀ ਦਾ ਵਿਸ਼ਾਲੀ ਦੇ ਨੇੜੇ ਕੁੰਡਲ ਗ੍ਰਾਮ ਦੇ ਵਿੱਚ ਹੋਇਆ ਸੀ। ਵਿਸ਼ਾਲੀ ਦੇ ਨੇੜੇ ਕੁੰਡਲ ਗ੍ਰਾਮ ਦੇ ਵਿੱਚ ਜਿਹੜਾ ਹੈ ਮਹਾਵੀਰ ਦਾ ਜਨਮ ਹੋਇਆ ਸੀ। ਵਰਧਮਾਨ ਮਹਾਵੀਰ ਦਾ ਜਨਮ ਵਿਸ਼ਾਲੀ ਦੇ ਨੇੜੇ ਕੁੰਡਲ ਗ੍ਰਾਮ ਦੇ ਵਿੱਚ ਅਤੇ ਦੇਹਾਂਤ ਜਿਹੜਾ ਉਹਨਾਂ ਸੇ ਹੋਇਆ ਸੀ ਬਿਹਾਰ ਦੇ ਵਿੱਚ ਪਾਵਾ ਦੇ ਵਿੱਚ ਜਿਹੜਾ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਉਸ ਤੋਂ ਬਾਅਦ ਬੁੱਧ ਧਰਮ ਦੇ ਵਿੱਚ ਮਹਾਤਮਾ ਬੁੱਧ ਜੀ ਦਾ ਜਿਹੜਾ ਜਨਮ ਸੀਗਾ ਉਹ ਲੁਬਨੀ ਨੇਪਾਲ ਦੇ ਵਿੱਚ ਜਿਹੜਾ ਹੋਇਆ ਸੀ। ਲੁਬਨੀ ਨੇਪਾਲ ਦੇ ਵਿੱਚ ਹੋਇਆ ਸੀ। ਕੁਸ਼ੀਨਗਰ ਦੇ ਵਿੱਚ ਜਿਹੜਾ ਹੈ ਜੀ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਪਹਿਲਾ ਉਪਦੇਸ਼ ਜਿਹੜਾ ਹੈ ਜੀ ਮਹਾਵੀਰ ਨੇ ਪਾਵਾ ਦੇ ਵਿੱਚ ਦਿੱਤਾ ਸੀ। ਉਸ ਤੋਂ ਬਾਅਦ ਸਾਰਨਾਥ ਮ੍ਰਿਗ ਬਾਗ ਵਿਖੇ ਧਰਮ ਚੱਕਰ ਪਰਿਵਰਤਨ ਦਾ ਜਿਹੜਾ ਹੈ ਪਹਿਲਾ ਉਪਦੇਸ਼ ਦਿੱਤਾ ਸੀਗਾ ਜਿਹੜਾ ਮਹਾਤਮਾ ਬੁੱਧ ਨੇ। ਉਸ ਤੋਂ ਬਾਅਦ ਅੰਤਮ ਟੀਚਾ ਜਿਹੜਾ ਸੀਗਾ ਜੀ ਮਹਾਵੀਰ ਦਾ ਅੰਤਮ ਟੀਚਾ ਸੀ ਕਵਲਿਆ ਦੀ ਪ੍ਰਾਪਤੀ ਕਰਨਾ। ਕਵਲਿਆ ਗਿਆਨ ਜੀ ਦਾ ਨਾਮ ਤੁਸੀਂ ਸੁਣਿਆ ਹੋਵੇਗਾ। ਕਵਲਿਆ ਗਿਆਨ ਦੀ ਪ੍ਰਾਪਤੀ ਕਰਨਾ ਤੇ ਇੱਧਰ ਬੁੱਧ ਧਰਮ ਦੇ ਵਿੱਚ ਨਿਰਵਾਣ ਦੀ ਪ੍ਰਾਪਤੀ ਕਰਨਾ ਸੀਗਾ ਜੀ। ਮਹੱਤਵਪੂਰਨ ਸਿਧਾਂਤ ਜਿਹੜੇ ਨੇ ਤ੍ਰਿਰਤਨ ਅਤੇ ਅਸ਼ਟਮਾਰਗ ਜਾਂ ਮੱਧ ਮਾਰਗ। ਸਾਹਿਤ ਜਿਹੜਾ ਸੀਗਾ ਜੀ ਮਹਾਤਮਾ ਬੁੱਧ ਦਾ ਸਾਹਿਤ ਜਿਹੜਾ ਸਾਨੂੰ ਮਿਲਦਾ ਹੈ ਉਸ ਦੀ ਗੱਲ ਕਰ ਲੈਂਦੇ ਹਾਂ। ਸਾਹਿਤ ਜਿਹੜਾ ਹੈ ਜੀ 12 ਅੰਗ ਪ੍ਰਕਿਰਤਿਕ ਭਾਸ਼ਾ, ਬੱਦਰ ਬਹੂ ਦਾ ਕਲਪ ਸੂਤਰ ਸੰਸਕ੍ਰਿਤ ਭਾਸ਼ਾ ਦੇ ਵਿੱਚ ਹੈ। ਹੇਮਚੰਦਰ ਦਾ ਪ੍ਰਸ਼ਿਸ਼ਟ ਪਰਵ 12 ਅੰਗ ਪ੍ਰਕਿਰਤਿਕ ਭਾਸ਼ਾ ਦੇ ਵਿੱਚ ਜਿਹੜਾ ਹੈ ਮਿਲਦਾ ਹੈ ਜੀ। ਬੱਦਰ ਬਹੂ ਦਾ ਜਿਹੜਾ ਹੈ ਕਲਪ ਸੂਤਰ ਸੰਸਕ੍ਰਿਤ ਭਾਸ਼ਾ ਦੇ ਵਿੱਚ ਹੈ ਤੇ ਹੇਮਚੰਦਰ ਦਾ ਜਿਹੜਾ ਹੈ ਪਰਿਸ਼ਿਸ਼ਟ ਪਰਵ ਭਾਸ਼ਾ ਦੇ ਪਰਿਸ਼ਿਸ਼ਟਵ ਹੈ। ਉਸ ਤੋਂ ਬਾਅਦ ਤ੍ਰਿਪਿਟਕ ਨੇ ਵਿਨੈ ਪਿਟਕ, ਸੁੱਤ ਪਿਟਕ, ਅਧਿਮਮ ਪਿਟਕ,
ਪਾਲੀ ਭਾਸ਼ਾ ਦੇ ਵਿੱਚ ਨੇ ਇਹ ਤਿੰਨੋਂ, ਵਿਨੇ ਪਿਟਕ, ਸੁੱਤ ਪਿਟਕ ਆਦਿ। ਅਭਿਧਮ ਪਿਟਕ ਪਾਲੀ ਭਾਸ਼ਾ ਦੇ ਵਿੱਚ ਨੇ। ਮਿਲਿੰਦ ਪਨਹੁ ਦਾ ਦੇਵਵੰਸ਼ ਅਤੇ ਮਹਾਵੰਸ਼ ਵੀ ਜਿਹੜਾ ਹੈ ਜੀ ਬੁੱਧ ਧਰਮ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦਾ ਹੈ। ਤੇ ਇਸ ਦੇ ਵਿੱਚ ਆਪਾਂ ਮਹਾਤਮਾ ਬੁੱਧ ਅਤੇ ਜੈਨ ਧਰਮ ਬਾਰੇ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ। ਇਹਨਾਂ ਜਿਹੜੇ ਸਾਹਿਤ ਹੈ ਇਹਨਾਂ ਦੇ ਵਿੱਚ ਲਾਸਟ ਜਿਹੜੀ ਫਸਟ ਨੰਬਰ ਕਲਾਸ ਹੈ ਉਸ ਦੇ ਵਿੱਚ ਵੀ ਆਪਾਂ ਜਿਹੜੀ ਹੈ ਜਾਣਕਾਰੀ ਪ੍ਰਾਪਤ ਕਰ ਸਕਿਆ। ਹੁਣ ਇੱਥੇ ਗੱਲ ਕਰਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਸ਼ਾਖਾਵਾਂ ਦੀ। ਜਿਹੜੀਆਂ ਸ਼ਾਖਾਵਾਂ ਨੇ ਇਹਨਾਂ ਦੀਆਂ ਧਰਮ ਦੀਆਂ ਉਹ ਕਿਹੜੀਆਂ ਕਿਹੜੀਆਂ ਨੇ, ਹੁਣ ਇੱਥੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਮਹਾਵੀਰ, ਜੈਨ ਧਰਮ ਦੇ ਵਿੱਚ ਮਹਾਵੀਰ ਦੀ। ਦਿਗੰਬਰ ਅਤੇ ਸਵੇਤਾਂਬਰ ਦੋ ਸ਼ਾਖਾਵਾਂ ਨੇ ਇਹਨਾਂ ਦੀਆਂ, ਦਿਗੰਬਰ ਅਤੇ ਸਵੇਤਾਂਬਰ। ਸ਼ਾਖਾਵਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ, ਦਿਗੰਬਰ ਅਤੇ ਸਵੇਤਾਂਬਰ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਦਿਗੰਬਰ ਹੈ ਜੀ, ਦਿਗੰਬਰ ਦੇ ਵਿੱਚ ਤੁਹਾਨੂੰ ਮੋਢੀ ਜਿਹੜਾ ਹੈ ਜੀ ਬਦਰਬਾਹੂ ਹੈ। ਦਿਗੰਬਰ ਸ਼ਾਖਾ ਦਾ ਜਿਹੜਾ ਮੋਢੀ ਹੈ ਜੈਨ ਧਰਮ ਦੇ ਵਿੱਚ ਜਿਹੜਾ ਹੈ ਜੀ ਬਦਰਬਾਹੂ ਹੈ। ਸਵੇਤਾਂਬਰ ਦਾ ਮੋਢੀ ਹੈ ਸਥੂਲਭਦਰ ਹੈ ਜੀ। ਸਵੇਤਾਂਬਰ ਦਾ ਮੋਢੀ ਜਿਹੜਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਸਥੂਲਭਦਰ ਹੈ। ਦਿਗੰਬਰ ਦਾ ਮੋਢੀ ਹੈ ਜੀ ਜਿਹੜਾ ਬਦਰਬਾਹੂ, ਸਵੇਤਾਂਬਰ ਦਾ ਮੋਢੀ ਹੈ ਜੀ ਸਥੂਲਭਦਰ। ਸਿਧਾਂਤ ਕਿਹੜੇ ਕਿਹੜੇ ਨੇ ਹੁਣ? ਦਿਗੰਬਰ ਦੇ ਵਿੱਚ ਨਗਰਤਾ, ਕਠੋਰ ਤਪੱਸਿਆ, ਸੰਪੱਤੀ ਤਿਆਗ ਦੇ ਪੱਖ ਵਿੱਚ। ਜਿਹੜੇ ਦਿਗੰਬਰ ਸ਼ਾਖਾਵਾਂ ਸੀਗੀਆਂ ਇਹਨਾਂ ਦੇ ਜਿਹੜਾ ਮੋਢੀ ਬਦਰਬਾਹੂ ਸੀ, ਇਹਨਾਂ ਦਾ ਜਿਹੜਾ ਸਿਧਾਂਤ ਸੀਗਾ ਜੀ ਨਗਨਤਾ, ਕਠੋਰ ਤਪੱਸਿਆ, ਸੰਪੱਤੀ ਤਿਆਗ ਦੇ ਪੱਖ ਵਿੱਚ ਸੀ। ਉਸ ਤੋਂ ਬਾਅਦ ਸਵੇਤਾਂਬਰ ਦੇ ਵਿੱਚ ਕੁਝ ਸੁਧਾਰ ਹੋਇਆ ਜੀ। ਇਸ ਦੇ ਵਿੱਚ ਸੁਧਾਰਵਾਦੀ ਵਿਚਾਰਾਂ ਦੇ ਮਾਲਕ ਸੀ ਜੀ ਇਹ। ਸਫੇਦ ਵਸਤਰ ਦੇ ਧਾਰਨੇ ਸੀ, ਮੀਨਸ ਕਿ ਸਫੇਦ ਕੱਪੜਾ ਜਿਹੜਾ ਇਹ ਪਹਿਨਦੇ ਸੀ। ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਤਾਂ ਤੁਸੀਂ ਮੈਨੂੰ ਮੈਸੇਜ ਦੇ ਵਿੱਚ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ। ਅਤੇ ਤੁਸੀਂ ਸਾਨੂੰ ਇੰਸਟਾਗ੍ਰਾਮ, ਟੈਲੀਗ੍ਰਾਮ ਅਤੇ ਸਾਨੂੰ ਹੋਰ ਵੀ ਜਿਹੜੇ ਸੋਸ਼ਲ ਮੀਡੀਆ ਦੇ ਲਿੰਕਸ ਨੇ ਤੁਹਾਨੂੰ ਵੀਡੀਓ ਦੇ ਨੀਚੇ ਹੀ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕੀਤੇ ਹੋਏ ਮਿਲ ਜਾਣਗੇ। ਤੁਸੀਂ ਮੈਨੂੰ ਉੱਥੇ ਵੀ ਕੰਟੈਕਟ ਕਰ ਸਕਦੇ ਹੋ ਜੀ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਤੁਸੀਂ ਉੱਥੇ ਜਾ ਕੇ ਮੈਨੂੰ ਜਿਹੜਾ ਹੈ ਜੀ ਫੋਲੋ ਕਰ ਸਕਦੇ ਹੋ। ਹੁਣ ਦੂਸਰੇ ਪਾਸੇ ਆ ਜਾਂਦੇ ਹਾਂ ਜੀ। ਹੁਣ ਆਪਾਂ ਗੱਲ ਕਰਾਂਗੇ ਬੁੱਧ ਧਰਮ ਨੂੰ ਲੈ ਕੇ। ਬੁੱਧ ਧਰਮ ਦੇ ਵਿੱਚ ਦੋ ਸ਼ਾਖਾਵਾਂ ਨੇ ਜੀ, ਹੀਨਯਾਨ ਅਤੇ ਮਹਾਯਾਨ। ਹੀਨਯਾਨ ਅਤੇ ਮਹਾਯਾਨ ਜਿਹੜੀਆਂ ਨੇ ਦੋ ਸ਼ਾਖਾਵਾਂ ਨੇ, ਹੀਨਯਾਨ ਅਤੇ ਮਹਾਯਾਨ। ਜਿਹੜੀ ਹੀਨਯਾਨ ਸ਼ਾਖਾ ਸੀਗੀ ਜੀ ਇਸ ਦਾ ਜਿਹੜਾ ਮੁੱਖ ਖੇਤਰ ਸੀਗਾ ਉਹ ਦੱਖਣੀ ਭਾਰਤ ਸੀਗਾ। ਹੀਨਯਾਨ ਸ਼ਾਖਾ ਦਾ ਮੁੱਖ ਖੇਤਰ ਹੈ ਜਿਹੜਾ ਤੁਸੀਂ ਧਿਆਨ ਅਤੇ ਯਾਦ ਰੱਖਣਾ ਜੀ, ਇਸ ਨੂੰ ਧਿਆਨ ਨਾਲ ਸੁਣ ਲਓ ਦੁਬਾਰਾ। ਦੱਖਣੀ ਭਾਰਤ ਸੀਗਾ ਜਿਹੜਾ ਹੀਨਯਾਨ ਦਾ ਮੁੱਖ ਖੇਤਰ, ਅਤੇ ਮਹਾਯਾਨ ਦਾ ਜਿਹੜਾ ਮੁੱਖ ਖੇਤਰ ਸੀ ਉਹ ਉੱਤਰੀ ਭਾਰਤ ਸੀਗਾ ਜੀ। ਇਸ ਦੇ ਵਿੱਚ ਜਿਹੜੇ ਨੇ ਤੁਸੀਂ ਧਿਆਨ ਦੇ ਨਾਲ ਫਿਰ ਸੁਣ ਲਓ ਜੀ। ਹੀਨਯਾਨ ਦਾ ਮੁੱਖ ਖੇਤਰ ਦੱਖਣੀ ਭਾਰਤ ਅਤੇ ਮਹਾਯਾਨ ਦੀਆਂ ਸ਼ਾਖਾਵਾਂ ਜਿਹੜੀਆਂ ਸੀ ਉਸ ਦਾ ਮੁੱਖ ਖੇਤਰ ਉੱਤਰੀ ਭਾਰਤ ਸੀਗਾ। ਹੁਣ ਇਹਨਾਂ ਦੇ ਸਿਧਾਂਤਾਂ ਦੀ ਗੱਲ ਕਰਾਂਗੇ ਜੀ। ਸਭ ਤੋਂ ਪਹਿਲਾਂ ਹੀਨਯਾਨ ਦੇ ਜਿਹੜੇ ਸਿਧਾਂਤ ਨੇ, ਹੀਨਯਾਨ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਮੂਰਤੀ ਪੂਜਾ ਵਿੱਚ ਵਿਸ਼ਵਾਸ ਕਰਦੇ ਸੀਗੇ, ਮੀਨਸ ਕਿ ਮੂਰਤੀ ਪੂਜਾ ਵਿੱਚ ਵਿਸ਼ਵਾਸ ਨਹੀਂ ਕਰਦੇ ਸੀ। ਪਾਲੀ ਭਾਸ਼ਾ ਦੇ ਜਿਹੜਾ ਇਹ ਪੱਖ ਦੇ ਵਿੱਚ ਸੀਗੇ ਹੀਨਯਾਨ ਵਾਲੇ ਲੋਕੀ ਜਿਹੜੇ ਸੀਗੇ ਜੀ ਉਹ ਮੂਰਤੀ ਪੂਜਾ ਵਿੱਚ ਵਿਸ਼ਵਾਸ ਮੀਨਸ ਕਿ ਵਿਸ਼ਵਾਸ ਨਹੀਂ ਕਰਦੇ ਸੀ, ਅਤੇ ਪਾਲੀ ਭਾਸ਼ਾ ਦੇ ਪੱਖ ਵਿੱਚ ਸੀਗੇ ਡਿਵੈਲਪਮੈਂਟ ਦੇ। ਅਤੇ ਮਹਾਯਾਨ ਵਾਲੇ ਜਿਹੜੇ ਲੋਕ ਸੀ ਜੀ ਮੂਰਤੀ ਪੂਜਾ ਦੇ ਵਿੱਚ ਵਿਸ਼ਵਾਸ ਵੀ ਰੱਖਦੇ ਸੀ ਅਤੇ ਸੰਸਕ੍ਰਿਤ ਭਾਸ਼ਾ ਦੇ ਪ੍ਰਚਾਰ ਦੇ ਪੱਖ ਵਿੱਚ ਸੀ। ਇਸ ਦੇ ਵਿੱਚ ਦੋ ਹੀ ਚੀਜ਼ਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਹੀਨਯਾਨ ਦੇ ਵਿੱਚ ਇਹਨਾਂ ਦਾ ਮੁੱਖ ਖੇਤਰ ਦੱਖਣੀ ਭਾਰਤ ਸੀ ਅਤੇ ਮੂਰਤੀ ਪੂਜਾ ਵਿੱਚ ਵਿਸ਼ਵਾਸ ਕਰਦੇ ਸੀ ਅਤੇ ਪਾਲੀ ਭਾਸ਼ਾ ਦੇ ਪੱਖ ਵਿੱਚ ਸੀ। ਮਹਾਯਾਨ ਵਾਲੇ ਜਿਹੜੇ ਲੋਕ ਸੀਗੇ ਉਹ ਮੂਰਤੀ ਪੂਜਾ ਵਿੱਚ ਵਿਸ਼ਵਾਸ ਕਰਦੇ ਸੀ ਅਤੇ ਸੰਸਕ੍ਰਿਤ ਭਾਸ਼ਾ ਦੇ ਪੱਖ ਵਿੱਚ ਸੀਗੇ। ਜੇਕਰ ਇੱਥੋਂ ਤੱਕ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਮੈਨੂੰ ਮੈਸੇਜ ਦੇ ਵਿੱਚ ਕਮੈਂਟ ਕਰਕੇ ਦੱਸ ਦੇਣਾ ਜੀ। ਹੁਣ ਗੱਲ ਕਰਾਂਗੇ ਜੈਨ ਧਰਮ ਦੇ ਮੁੱਖ ਸੰਮੇਲਨ ਜਿਹੜੇ ਹੋਏ ਸੀਗੇ ਉਹ ਕਿੱਥੇ ਕਿੱਥੇ ਹੋਏ ਸੀ। ਜੈਨ ਧਰਮ ਦੇ ਜਿਹੜੇ ਮੁੱਖ ਸੰਮੇਲਨ ਹੋਏ ਸੀ ਉਹ ਕਿੱਥੇ ਕਿੱਥੇ ਹੋਏ ਸੀ, ਇਹ ਚੀਜ਼ ਕਾਫੀ ਇੰਪੋਰਟੈਂਟ ਹੈ ਜੀ। ਪੇਪਰਾਂ ਦੇ ਵਿੱਚ ਕਾਫੀ ਵਾਰ ਜਿਹੜਾ ਹੈ CTET ਅਤੇ PTET ਦੇ ਵਿੱਚ ਇਸ ਦੇ ਰਿਗਾਰਡਿੰਗ ਜਿਹੜਾ ਹੈ ਕੁਐਸਚਨ ਪੁੱਛਿਆ ਗਿਆ। ਸਥਾਨ ਹੈ, ਪ੍ਰਧਾਨਗੀ ਕਿਸ ਨੇ ਕੀਤੀ ਸੀ ਅਤੇ ਮੁੱਖ ਵਿਸ਼ੇਸ਼ਤਾ ਇਸ ਦੀ ਕੀ ਹੈ। ਪਹਿਲਾ ਜੈਨ ਧਰਮ ਦਾ ਮੁੱਖ ਸੰਮੇਲਨ ਹੋਇਆ ਸੀਗਾ ਜੀ ਉਹ ਹੋਇਆ ਸੀ ਪਾਟਲੀਪੁੱਤਰ ਦੇ ਵਿੱਚ। ਪ੍ਰਧਾਨਗੀ ਜਿਹੜੀ ਇਸ ਦੀ ਸਥੂਲਭਦਰ ਨੇ ਕੀਤੀ ਸੀ। 12 ਅੰਗਾਂ ਦਾ ਜਿਹੜਾ ਹੈ ਸੰਗ੍ਰਹਿ ਸੀਗਾ। ਮੁੱਖ ਵਿਸ਼ੇਸ਼ਤਾ ਇਹ ਸੀ ਕਿ ਇਹ 12 ਅੰਗਾਂ ਦਾ ਸੰਗ੍ਰਹਿ ਸੀ। ਦੂਸਰੀ ਜਿਹੜੀ ਹੋਈ ਸੀਗੀ ਜੀ ਇਸ ਦੀ ਵੱਲਭੀ ਦੇ ਵਿੱਚ ਹੋਈ ਸੀਗੀ। ਸਥਾਨ ਜਿਹੜਾ ਜੈਨ ਧਰਮ ਦਾ ਮੁੱਖ ਸੰਮੇਲਨ ਹੋਇਆ ਸੀ ਜਿਹੜਾ ਉਹ ਵੱਲਭੀ ਦੇ ਵਿੱਚ ਹੋਇਆ। ਅਤੇ ਇਸ ਦੀ ਜਿਹੜੀ ਵਿਸ਼ੇਸ਼ਤਾ ਸੀਗੀ ਜੀ ਇਸ ਦੇ ਵਿੱਚ 12 ਅਤੇ ਉਪ ਅੰਗਾਂ ਦਾ ਅੰਤਿਮ ਸੰਗ੍ਰਹਿ ਸੀ। ਇਸ ਦੇ ਵਿੱਚ 12 ਅੰਗਾਂ ਦਾ ਸੰਗ੍ਰਹਿ ਸੀ ਅਤੇ ਇਸ ਦੇ ਵਿੱਚ 12 ਅੰਗ ਤਾਂ ਹੈ ਹੀ ਸੀਗੇ ਜੀ। ਉਸ ਤੋਂ ਬਾਅਦ ਜਿਹੜੇ ਉਪ ਅੰਗ ਵੀ ਜਿਹੜੇ ਇਸ ਦੇ ਵਿੱਚ ਸੀਗੇ। ਹੁਣ ਬੁੱਧ ਧਰਮ ਦੇ ਸੰਮੇਲਨ ਦੀ ਗੱਲ ਕਰਾਂਗੇ ਜੀ ਆਪਾਂ। ਬੁੱਧ ਧਰਮ ਦੀਆਂ ਜਿਹੜਾ ਕਾਫੀ ਇੰਪੋਰਟੈਂਟ ਹੈ, ਪੇਪਰਾਂ ਦੇ ਵਿੱਚ ਕਾਫੀ ਵਾਰੀ ਜਿਹੜਾ ਹੈ ਇਹ ਚੀਜ਼ ਜਿਹੜੀ ਹੈ ਤੁਹਾਨੂੰ ਦੇਖਣ ਨੂੰ ਮਿਲਦੀ ਹੈ। ਧਿਆਨ ਦੇ ਨਾਲ ਸੁਣਨਾ ਹੈ ਜੀ ਤੁਸੀਂ, ਇਸ ਨੂੰ ਕਾਫੀ ਇੰਪੋਰਟੈਂਟ ਕੁਐਸਚਨਸ ਨੇ, ਤੁਹਾਨੂੰ ਡੀਪਲੀ ਸਮਝਾਇਆ ਜਾਵੇਗਾ ਇਸ ਦੇ ਉੱਪਰ।
ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਬੋਧੀ ਧਰਮ ਦੇ ਜਿਹੜੀਆਂ ਸੁਭਾਵਾਂ ਦਾ ਸਥਾਨ ਸੀਗਾ, ਸਮਾਂ ਕੀ ਸੀ, ਪ੍ਰਧਾਨਗੀ ਕੀ ਸੀ ਤੇ ਮੁੱਖ ਵਿਸ਼ੇਸ਼ਤਾ ਇਸ ਦੇ ਵਿੱਚ ਕੀ ਸੀਗੀ। ਇਹ ਚੀਜ਼ ਹਮੇਸ਼ਾ ਤੁਸੀਂ ਯਾਦ ਰੱਖਣੀ ਹੈ। ਤੁਹਾਨੂੰ ਮੈਂ ਇੱਕ ਇੱਕ ਕਰਕੇ ਜਿਹੜਾ ਹੈ ਜੀ ਸਮਝਾਊਂਗਾ। ਸਭ ਤੋਂ ਪਹਿਲਾਂ ਜਿਹੜੀ ਬੁੱਧ ਧਰਮ ਦੀ ਸਭਾ ਹੋਈ ਸੀ ਜੀ, ਉਹ ਰਾਜਗ੍ਰਹਿ ਦੇ ਵਿੱਚ ਹੋਈ ਸੀ ਅਜਾਤ ਸ਼ਤਰੂ ਦੇ ਸਮੇਂ ਦੇ ਉੱਪਰ। ਅਜਾਤ ਸ਼ਤਰੂ ਜਿਹੜਾ ਰਾਜਾ ਹੋਇਆ ਜੀ, ਉਸ ਦੇ ਸਮੇਂ ਦੇ ਵਿੱਚ ਰਾਜਗ੍ਰਹਿ ਦੇ ਵਿੱਚ ਜਿਹੜੀ ਉਸ ਦੀ ਰਾਜਧਾਨੀ ਸੀਗੀ ਅਜਾਤ ਸ਼ਤਰੂ ਦੇ ਸਮੇਂ ਹੋਈ ਸੀਗੀ 483 ਈਸਵੀ ਦੇ ਵਿੱਚ। ਸਭ ਤੋਂ ਪਹਿਲਾਂ ਈਸਾ ਪੂਰਵ ਦੇ ਵਿੱਚ 483 ਦੇ ਵਿੱਚ ਹੋਈ ਸੀ। ਇਸ ਦੀ ਪ੍ਰਧਾਨਗੀ ਜਿਹੜੀ ਹੈ ਮਹਾਕਸ਼ਯਪ ਨੇ ਕੀਤੀ ਸੀਗੀ। ਮਹਾਕਸ਼ਯਪ ਨੇ ਇਸ ਦੀ ਪ੍ਰਧਾਨਗੀ ਕੀਤੀ ਸੀਗੀ ਅਜਾਤ ਸ਼ਤਰੂ ਦੇ ਸਮੇਂ ਦੇ ਉੱਪਰ 483 ਈਸਵੀ ਦੇ ਵਿੱਚ ਜਿਹੜੀ ਮਹਾਕਸ਼ਯਪ ਨੇ ਇਸ ਦੀ ਪ੍ਰਧਾਨਗੀ ਕੀਤੀ ਸੀ। ਮੁੱਖ ਵਿਸ਼ੇਸ਼ਤਾ ਕੀ ਸੀ? ਤ੍ਰਿਪਿਟਕਾ ਦੀ ਰਚਨਾ ਜਿਹੜੀ ਪਾਲੀ ਭਾਸ਼ਾ ਦੇ ਵਿੱਚ ਕੀਤੀ ਗਈ। ਸੁੱਤ ਪਿਟਕ ਅਤੇ ਵਿਨੇ ਪਿਟਕ ਨੂੰ ਜਿਹੜਾ ਹੈ ਜੀ ਇਕੱਠੇ ਇੱਥੇ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਸੈਕਿੰਡ ਜਿਹੜੀ ਬੋਧੀ ਧਰਮ ਦਾ ਜਿਹੜਾ ਜੀ ਸੰਮੇਲਨ ਹੋਇਆ ਸੀ ਵਿਸ਼ਾਲੀ ਦੇ ਵਿੱਚ ਹੋਇਆ ਸੀ ਕਾਲਾ ਸ਼ੋਕ ਦੇ ਸਮੇਂ। ਵਿਸ਼ਾਲੀ ਦੇ ਵਿੱਚ ਕਾਲਾ ਸ਼ੋਕ ਦੇ ਸਮੇਂ 383 ਈਸਾ ਪੂਰਵ ਦੇ ਵਿੱਚ ਮੀਨਸ ਕਿ ਜਿਹੜਾ ਇਹ ਹੋਇਆ ਸੀਗਾ। ਇਸ ਦੀ ਜਿਹੜੀ ਸੀਗਾ ਜੀ ਸਭਾਪਤੀ ਸੀ ਸਾਬਾ ਕਮੀ। ਬੋਧੀ ਭਿਕਸ਼ੂਆਂ ਦੇ ਨਿਯਮਾਂ ਵਿੱਚ ਢਿੱਲ 10 ਨਵੇਂ ਨਿਯਮਾਂ ਦਾ ਜਿਹੜਾ ਹੈ ਨਿਰਮਾਣ ਕੀਤਾ ਗਿਆ ਸੀ। ਬੋਧੀ ਭਿਕਸ਼ੂਆਂ ਦੇ ਜਿਹੜੇ ਨਿਯਮਾਂ ਦੇ ਵਿੱਚ ਥੋੜ੍ਹੀ ਢਿੱਲ ਕੀਤੀ ਗਈ ਸੀ, ਕਿਉਂਕਿ ਜਿਹੜੇ ਇਹਨਾਂ ਦੇ ਨਿਯਮ ਸੀਗੇ, ਇਹਨਾਂ ਦੇ ਰੂਲਸ ਸੀ ਕਾਫੀ ਜ਼ਿਆਦਾ ਜਿਹੜੇ ਨੇ ਉਹ ਡਿਫੀਕਲਟ ਸੀਗੇ। ਇਸ ਕਰਕੇ ਥੋੜ੍ਹੀ ਢਿੱਲ ਅਤੇ 10 ਨਵੇਂ ਰੂਲਸ ਜਿਹੜੇ ਨੇ ਇਸ ਦੇ ਵਿੱਚ ਅਪਲਾਈ ਕੀਤੇ ਗਏ ਸੀਗੇ। ਉਸ ਤੋਂ ਬਾਅਦ ਤੀਸਰੀ ਜਿਹੜੀ ਹੋਈ ਸੀਗੀ ਅਸ਼ੋਕ ਦੇ ਸਮੇਂ। ਇਹ ਕਾਫੀ ਇੰਪੋਰਟੈਂਟ ਆ ਜੀ, ਇਸ ਦੇ ਰਿਗਾਰਡਿੰਗ ਜਿਹੜਾ ਕੁਐਸਚਨ ਕਾਫੀ ਪੁੱਛੇ ਜਾਂਦੇ ਨੇ। ਮੀਨਸ ਕਿ ਇਸ ਚੀਜ਼ ਨੂੰ ਥੋੜ੍ਹਾ ਧਿਆਨ ਦੇ ਨਾਲ ਸੁਣ ਲਿਓ। ਅਸ਼ੋਕ ਦੇ ਸਮੇਂ ਹੋਈ ਸੀਗੀ ਜੀ ਪਾਟਲੀ ਪੁੱਤਰ। ਤੀਸਰੀ ਬੌਧ ਸਭਾ ਜਿਹੜੀ ਅਸ਼ੋਕ ਦੇ ਸਮੇਂ ਹੋਈ ਸੀ ਪਾਟਲੀ ਪੁੱਤਰ ਦੇ ਵਿੱਚ 250 ਈਸਾ ਪੂਰਵ ਦੇ ਵਿੱਚ ਹੋਈ ਸੀ। ਤੇ ਮੋਗਲੀ ਤੁੱਤ ਜਿਹੜਾ ਮੋਗਲੀ ਤੁੱਤ ਤਿਸ ਇਸ ਦਾ ਜਿਹੜਾ ਹੈ ਜੀ ਸਭਾਪਤੀ ਸੀਗਾ। ਕਈ ਵਾਰੀ ਕੁਐਸਚਨ ਪੁੱਟ ਹੋਇਆ ਜੀ ਬੁੱਧ ਧਰਮ ਦੀ ਤੀਸਰੀ ਸਭਾ ਦਾ ਪ੍ਰਧਾਨ ਕੌਣ ਸੀਗਾ ਜਾਂ ਪ੍ਰਧਾਨਪਤੀ ਕੌਣ ਸੀਗਾ, ਤਾਂ ਇਸ ਦਾ ਆਨਸਰ ਆਏਗਾ ਮੋਗਲੀ ਤੁੱਤ ਤਿਸ। ਤੇ 250 ਈਸਾ ਪੂਰਵ ਦੇ ਵਿੱਚ ਹੋਈ ਸੀਗੀ ਬੋਧੀਆਂ ਦੇ ਮਤਭੇਦ ਦੂਰ ਕਰਨਾ ਜਿਹੜਾ ਇਸ ਦਾ ਮੁੱਖ ਜਿਹੜਾ ਹੈ ਵਿਸ਼ੇਸ਼ਤਾ ਸੀਗੀ ਬੋਧੀਆਂ ਦੇ ਜਿਹੜੇ ਮਤ ਹੈ। ਤੇ ਇਸ ਦੇ ਵਿੱਚ ਜਿਹੜੀ ਹੈ ਅਭਿਧਮ ਪਿਟਕ ਦੀ ਰਚਨਾ ਹੋਈ ਸੀ। ਜਿਹੜਾ ਬੁੱਧ ਧਰਮ ਦਾ ਜਿਹੜਾ ਤੀਸਰਾ ਗ੍ਰੰਥ ਹੈ ਅਭਿਧਮ ਪਿਟਕ, ਜਿਹੜੇ ਤ੍ਰੀ ਰਤਨ ਨੇ ਜੀ ਜਿਹੜੇ ਵਿਨੇ ਪਿਟਕਾ ਜਿਹੜਾ, ਉਸ ਤੋਂ ਬਾਅਦ ਧਮੀ ਪਿਟਕਾ ਜਿਹੜਾ ਇਹਨਾਂ ਦੀ ਰਚਨਾ ਤੀਸਰੀ ਵਾਰ ਹੋਈ ਸੀ। ਕਸ਼ਮੀਰ ਕਨਿਕਸ਼ਕ ਦੇ ਸਮੇਂ ਕਾਫੀ ਇੰਪੋਰਟੈਂਟ ਹੈ ਜੀ ਇਹ ਜਿਹੜਾ ਕਸ਼ਮੀਰ ਦੇ ਵਿੱਚ ਕਨਿਕਸ਼ਕ ਦੇ ਸਮੇਂ ਜਿਹੜੀ ਹੈ ਚੌਥੀ ਬੌਧ ਸਭਾ ਹੋਈ ਸੀ। ਲਾਸਟ ਬੌਧ ਸਭਾ ਹੋਈ ਸੀ ਜਿਹੜੀ 98 AD ਦੇ ਵਿੱਚ 98 AD ਦੇ ਵਿੱਚ ਜਿਹੜੀ ਹੋਈ ਸੀਗੀ। ਵਸ਼ੂ ਮਿੱਤਰ ਜਿਹੜਾ ਇਸ ਦਾ ਜੀ ਸਭਾਪਤੀ ਸੀਗਾ। ਵਸ਼ੂ ਮਿੱਤਰ ਜਿਹੜਾ ਇਸ ਦਾ ਉਹ ਸਭਾਪਤੀ ਸੀਗਾ। ਉਸ ਤੋਂ ਬਾਅਦ ਇਸ ਦੇ ਵਿੱਚ ਮਹਾਵਿਪਾਸ ਤ੍ਰਿਪਿਟਕ ਗ੍ਰੰਥਾਂ ਉੱਤੇ ਟਿੱਪਣੀਆਂ ਦੀ ਰਚਨਾ, ਬੁੱਧ ਧਰਮ ਦੀ ਹੀਨਯਾਨ ਅਤੇ ਮਹਾਯਾਨ ਦੇ ਵਿੱਚ ਫੁੱਟ ਪਈ ਸੀਗੀ। ਇਸ ਦੇ ਵਿੱਚ ਜਿਹੜੀ ਹੈ ਸੋਧ ਕਰਨ ਦੇ ਲਈ ਜਿਹੜਾ ਇਹਨਾਂ ਨੂੰ ਇਕੱਠਾ ਕਰਨ ਦੇ ਲਈ ਜਿਹੜਾ ਹੈ ਇਹ ਬੌਧ ਸਭਾ ਜਿਹੜੀ ਹੈ ਕੀਤੀ ਗਈ ਸੀ। ਕਾਫੀ ਇੰਪੋਰਟੈਂਟ ਨੇ ਜਿਹੜੀਆਂ ਜੀ ਰਾਜਗ੍ਰਹਿ ਅਜਾਤ ਸ਼ਤਰੂ ਦੇ ਸਮੇਂ ਹੋਈ ਸੀਗੀ। ਰਾਜਗ੍ਰਹਿ ਦੇ ਵਿੱਚ ਪਹਿਲੀ 483 ਈਸਾ ਪੂਰਵ ਦੇ ਵਿੱਚ ਮਹਾਕਸ਼ਯਪ ਦੇ ਸਮੇਂ। ਦੂਸਰੀ ਜਿਹੜੀ ਬੌਧ ਸਭਾ ਹੋਈ ਸੀ ਵਿਸ਼ਾਲੀ ਦੇ ਵਿੱਚ ਕਾਲਾ ਸ਼ੁਗ ਦੇ ਸਮੇਂ 383 ਈਸਵੀ ਪੂਰਵ ਦੇ ਵਿੱਚ ਸਭਾ ਕਮੀ ਦੇ ਸਮੇਂ। ਪਾਟਲੀ ਪੁੱਤਰ ਅਸ਼ੋਕ ਦੇ ਸਮੇਂ ਹੋਈ ਸੀ ਤੀਸਰੀ ਬੌਧ ਸਭਾ 250 ਈਸਾ ਪੂਰਵ ਵਿੱਚ। ਮੋਗਲੀ ਤੁੱਤ ਜਿਹੜਾ ਇਸ ਦਾ ਪ੍ਰਧਾਨਗੀ ਕੀਤੀ ਸੀ। ਕਸ਼ਮੀਰ ਦੇ ਵਿੱਚ ਕਨਿਕਸ਼ਕ ਦੇ ਸਮੇਂ 98 AD ਦੇ ਵਿੱਚ ਜਿਹੜੀ ਇਹ ਹੋਈ ਸੀ। ਵਸ਼ੂ ਮਿੱਤਰ ਜਿਹੜਾ ਇਸ ਦਾ ਪ੍ਰਧਾਨ ਸੀਗਾ। ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਆਵੇ ਜੀ ਤੁਸੀਂ ਮੈਨੂੰ ਸੋਸ਼ਲ ਮੀਡੀਆ 'ਤੇ ਫੋਲੋ ਜ਼ਰੂਰ ਕਰਨਾ ਜੀ। ਤੁਹਾਨੂੰ ਉੱਥੇ ਜਿਹੜਾ ਹੈ PGTET CTET ਦੇ ਰਿਗਾਰਡਿੰਗ ਜਿਹੜੀ ਹੈ ਤਿਆਰੀ ਚੰਗੀ ਤਰ੍ਹਾਂ ਆਪਾਂ ਤੁਹਾਨੂੰ ਕਰਵਾਵਾਂਗੇ। ਬਸ ਤੁਸੀਂ ਵੀਡੀਓਜ਼ ਨੂੰ ਰੈਗੂਲਰ ਦੇਖਦੇ ਰਹਿਣਾ ਤੇ ਵੀਡੀਓਜ਼ ਜਿਹੜੀਆਂ ਮੇਰੀਆਂ ਨੇ ਇਹਨਾਂ ਨੂੰ ਸ਼ੇਅਰ ਜ਼ਰੂਰ ਕਰਦੇ ਰਹਿਣਾ। ਇਸ ਤੋਂ ਬਾਅਦ ਆਪਾਂ ਤੀਸਰਾ ਕਲਾਸ ਹੈ ਜਿਹੜੀ ਉਹ ਤੁਹਾਨੂੰ ਕੱਲ੍ਹ ਜਿਹੜੀ ਹੈ ਸ਼ਾਮ ਨੂੰ 6 ਵਜੇ ਜਿਹੜੀ ਹੈ ਜੀ ਉਹ ਇਸੇ ਹੀ ਚੈਨਲ ਦੇ ਉੱਪਰ ਹੈ ਜਿਹੜੀ ਮਿਲ ਜਾਵੇਗੀ। 8 ਤਰੀਕ ਨੂੰ ਜਿਹੜੀ ਹੈ ਐਤਵਾਰ ਨੂੰ ਤੁਹਾਨੂੰ ਜਿਹੜੀ ਹੈ ਤੀਸਰੀ ਕਲਾਸ ਹੋਏਗੀ ਉਹ ਤੁਹਾਨੂੰ ਇੱਥੇ ਮਿਲ ਜਾਵੇਗੀ। ਮੇਰੀ ਤੁਹਾਨੂੰ ਇੱਕ ਰਿਕੁਐਸਟ ਹੋਰ ਹੈ ਜੀ, ਜਿਹੜੀਆਂ ਕਲਾਸਿਸ ਨੇ ਤੁਸੀਂ ਰੈਗੂਲਰ ਦੇਖਣੀਆਂ ਜੀ, ਕਿਉਂਕਿ ਜਿਹੜੀ ਆਪਾਂ ਸ਼ੁਰੂਆਤ ਕੀਤੀ ਹੈ ਜੀ ਇਹ ਆਪਾਂ ਵੈਦਿਕ ਸਾਹਿਤ ਤੋਂ ਕੀਤੀ ਹੈ ਤੇ ਆਪਾਂ ਲਾਸਟ ਤੱਕ ਜਿਹੜਾ ਇਸ ਦਾ 1857 ਤੱਕ ਇਸ ਦੇ ਉੱਪਰ ਚੱਲਾਂਗੇ ਜੀ ਆਪਾਂ। ਤੇ ਉਸ ਤੋਂ ਬਾਅਦ ਆਪਾਂ ਨਵਾਂ ਕੋਈ ਟੌਪਿਕ ਸ਼ੁਰੂ ਕਰਾਂਗੇ, ਪਰ ਤੁਸੀਂ ਇਹਨਾਂ ਨੂੰ ਰੈਗੂਲਰ ਜਿਹੜਾ ਜੀ ਆਪਾਂ ਵੈਦਿਕ ਸਾਹਿਤ ਸਟਾਰਟ ਕੀਤਾ ਹੈ। ਉਸ ਤੋਂ ਬਾਅਦ ਮੱਧਕਾਲੀਨ ਸਾਹਿਤ ਆਏਗਾ ਤੁਹਾਡਾ ਤੇ ਉਸ ਤੋਂ ਬਾਅਦ ਨਵੀਨ ਸਾਹਿਤ ਜਿਹੜਾ ਵੀ ਆਇਆ ਸੀਗਾ ਉਸ ਦੀ ਰਿਗਾਰਡਿੰਗ ਜਿਹੜੀ ਆਪਾਂ ਇਨਫੋਰਮੇਸ਼ਨ ਹੈ ਤੁਹਾਨੂੰ ਟਾਈਮ ਟੂ ਟਾਈਮ ਦਿੰਦੇ ਰਹਾਂਗੇ। ਬਸ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖ ਲਓ, ਕਿਉਂਕਿ ਇਸ ਚੈਨਲ ਦੇ ਉੱਪਰ ਤੁਹਾਨੂੰ ਸਭ ਤੋਂ ਪਹਿਲਾਂ ਅਪਡੇਸ਼ਨ ਜਿਹੜੀ ਹੈ ਦੇ ਦਿੱਤੀ ਜਾਂਦੀ ਹੈ ਕਿ ਅੱਜ ਕਿਸ ਵੀਡੀਓ ਦੇ ਉੱਪਰ ਆਪਾਂ ਗੱਲ ਕਰਾਂਗੇ ਜੀ। ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ। ਜੌਬਸ ਇੰਡੀਆ ਚੈਨਲ ਦਾ ਨਾਮ ਹੈ ਜੀ। ਇਸ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਵਾਲਾ ਜਿਹੜੀ ਘੰਟੀ ਵਾਲਾ ਬਟਨ ਹੈ ਜੀ ਉਸ ਨੂੰ ਦਬਾ ਕੇ ਜ਼ਰੂਰ ਰੱਖ ਲਿਓ, ਕਿਉਂਕਿ ਤੁਹਾਨੂੰ ਇਸ ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਲੇਟੈਸਟ ਇਨਫੋਰਮੇਸ਼ਨ ਹੈ ਫ੍ਰੀ ਦੇ ਵਿੱਚ ਮਿਲਦੀ ਰਹੇਗੀ। ਜੇਕਰ ਤੁਸੀਂ ਪੇਡ ਕਲਾਸਾਂ ਵੀ ਜੁਆਇਨ ਕਰਨੀਆਂ ਚਾਹੁੰਦੇ ਹੋ ਜੀ, ਕਲਾਸ
ਤੁਸੀਂ ਜੁਆਇਨ ਕਰ ਸਕਦੇ ਹੋ ਜੀ। ਟੀਚਮੈਂਟ ਐਪ ਦਾ ਲਿੰਕ ਹੈ ਜਿਹੜਾ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕੀਤਾ ਹੋਇਆ ਤੁਹਾਨੂੰ ਮਿਲ ਜਾਏਗਾ। ਥੈਂਕ ਯੂ ਫਰੈਂਡਸ, ਥੈਂਕ ਯੂ ਫॉर ਵਾਚਿੰਗ ਜੌਬਸ ਇੰਡੀਆ ਚੈਨਲ।